ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਯੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਓਟ
ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨ ਸਕੈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬੋਹੜ ਨ ਵਿਛੜਿਆਹੋ। ਬਾਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸਰਮ ਪਈ ਨਾਰਾਇਣੈ, ਨਾਨਕ ਦਰ ਪਈ ਆਹੋ। ਪੋਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਸਰਮ ਪਈ ਨਾਰਾਇਣੈ, ਨਾਨਕ ਦਰ ਪਈ ਆਹੋ। ਪੋਖ ਸੋਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡੀਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਇਲਾਹੀ ਬਾਣੀ, ਅਕਾਲੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਸ਼੍ਰੀ ਆਸਾ ਜੀ ਕੀ ਵਾਰ ਦੇ ਆਪ ਜੀ ਨੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਜੋ ਸਤਿਗੁਰੂ ਮਹਾਰਾਜ ਜੀ ਨੇ ਅੱਜ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਸਗਰਾਂਦ ਦਾ ਦਿਹਾੜਾ ਹੋਣ ਕਰਕੇ ਪੋਹ ਦੀ ਸਗਰਾਂਦ ਦੁਆਰਾ ਸਤਿਗੁਰੂ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਵਿਦਿਆ ਚਰਨਾਰ ਬਿੰਦ,
ਦਰਸ਼ਨ ਲਗੜਾ ਸਾਹੋ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 135 ਤੇ ਸੁਸ਼ੋਭਿਤ ਹੈ। ਤੇ ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਇਹ ਸਮਝਾ ਰਹੇ ਨੇ, ਜਿਵੇਂ ਇਹ ਪੋਹ ਦਾ ਮਹੀਨਾ ਠੰਡ ਦਾ ਮੰਨਿਆ ਗਿਆ ਹੈ। ਇਸ ਪੋਹ ਦੇ ਮਹੀਨੇ ਵਿੱਚ ਅੱਤ ਦੀ ਸਰਦੀ ਹੁੰਦੀ ਹੈ, ਬਰਫ਼ ਪੈਂਦੀ ਹੈ। ਤੇ ਸਤਿਗੁਰੂ ਜੀ ਨੇ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ, ਜਿਨ੍ਹਾਂ ਦਾ ਉਸ ਪਤੀ ਪਰਮੇਸ਼ਰ ਨਾਲ ਪ੍ਰੇਮ ਪੈ ਜਾਂਦਾ ਏ, ਜਿਹੜੀਆਂ ਜੀਵ ਇਸਤਰੀਆਂ ਮਾਲਕ ਪ੍ਰਭੂ ਵਿੱਚ ਇੱਕਮਿਕ ਹੋ ਜਾਂਦੀਆਂ ਹਨ, ਅਸਲ ਵਿੱਚ ਫਿਰ ਉਹਨਾਂ ਨੂੰ ਸਰਦੀ ਨਹੀਂ ਵਿਆਪਦੀ ਹੈ। ਉਹਨਾਂ ਦੇ ਚਾਹੇ ਧੁੱਪ ਹੋਵੇ, ਗਰਮੀ ਹੋਵੇ, ਠੰਡ ਹੋਵੇ, ਉਹਨਾਂ ਨੂੰ ਗੁਰੂ ਸਰਬ ਉਹਨਾਂ ਦੀ ਇੱਕ ਸਮ ਬਿਰਤੀ ਰਹਿੰਦੀ, ਕਿਉਂਕਿ ਉਹ ਸਰੀਰਕ ਤੌਰ 'ਤੇ ਸੰਸਾਰ ਵਿੱਚ ਵਿਚਰਦੇ ਹਨ, ਪਰ ਮਨ ਕਰਕੇ ਉਹ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਉਸ ਮਾਲਕ ਪ੍ਰਭੂ ਨਾਲ ਇੱਕਮਿਕ ਹੁੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਪੋਖ ਤੁਖਾਰ ਨਾ ਵਿਆਪੇ। ਮਨੁੱਖਾ ਜਨਮ ਰੂਪੀ ਪੋਹ ਦਾ ਮਹੀਨਾ ਹੈ। ਇਸ ਮਹੀਨੇ ਵਿੱਚ ਤੁਖਾਰ ਨਾ ਵਿਆਪੇ। ਤੁਖਾਰ ਦਾ ਅਰਥ ਹੈ ਬਰਫ਼, ਕੱਕਰ, ਕਿ ਉਹਨੂੰ ਤੁਖਾਰ ਨਹੀਂ ਵਿਆਪਦੀ, ਪਰ ਸਰਦੀ ਨਹੀਂ ਵਿਆਪਦੀ ਹੈ। ਇਹਨਾਂ ਨੂੰ ਕੰਠ ਮਿਲਿਆ ਹਰ ਨਾਹੋ, ਜਿਨ੍ਹਾਂ ਦੇ ਗਲ ਦੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੈ, ਭਾਵ ਜਿਹੜੀਆਂ ਉਸ ਪਤੀ ਪਰਮੇਸ਼ਰ ਦੇ ਗਲ ਨਾਲ ਮਿਲੀਆਂ ਹੋਈਆਂ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਸਰਦੀ ਨਹੀਂ ਵਿਆਪਦੀ ਹੈ। ਉਹਨਾਂ ਨੂੰ ਵਿਕਾਰਾਂ ਰੂਪੀ ਤਪਸ਼ ਨਹੀਂ ਹੋ ਸਕਦੀ। ਤੇ ਗੁਰੂ ਸਵਾਰੇ ਇਤਿਆਦਿਕ ਇਹਨਾਂ ਦੇ ਵਿੱਚ ਉਹ ਗਲਤਾਨ ਨਹੀਂ ਹੁੰਦੇ ਹਨ। ਉਹ ਸਾਸ ਗਰਾਹਦਰ ਉਸ ਮਾਲਕ ਦਾ ਨਾਮ ਜਪਦੇ ਹਨ। ਉਹਨਾਂ ਦੀ ਅਵਸਥਾ ਇਹੋ ਜਿਹੀ ਹੈ, ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਕੰਠੇ ਮਾਲਾ ਜਿਹਵਾ ਰਾਮ ਰਾਮ ਰਾਮ। ਉਹਨਾਂ ਨੇ ਆਪਣੇ ਗਲ ਨੂੰ ਮਾਲਾ ਬਣਾਇਆ ਹੋਇਆ ਹੈ। ਜੇਬਾ ਦੇ ਨਾਹੀ ਉਹ ਹਰ ਸਮੇਂ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ। ਇੰਝ ਉਸ ਮਾਲਕ ਦੇ ਵਿੱਚ ਹੀ ਭੇਦ ਰਹਿੰਦੇ ਨੇ। ਦੇਖੋ, ਇਹ ਪੋਹ ਦਾ ਮਹੀਨਾ ਜਿਹੜਾ ਸ਼ਹਾਦਤਾਂ ਦਾ ਭਰਿਆ ਹੋਇਆ ਹੈ, ਇਸ ਪੋਹ ਦੇ ਮਹੀਨੇ ਦੇ ਵਿੱਚ ਜਿੱਥੇ ਪੋਹ ਸੁਦੀ ਸਤਵੀਂ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਇਸ ਪੋਹ ਦੇ ਮਹੀਨੇ ਦੇ ਵਿੱਚ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਇੱਕ ਹਫ਼ਤੇ ਵਿੱਚ ਸ਼ਹੀਦ ਹੋ ਗਿਆ ਸੀ। 4 ਸਾਹਿਬਜ਼ਾਦੇ, ਸਤਿਗੁਰੂ ਮਹਾਰਾਜ ਦੇ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਇੱਥੋਂ ਤੱਕ ਕਲਗੀਧਰ ਪਾਤਸ਼ਾਹ ਮਹਾਰਾਜ ਜਿਹੜਾ ਬਸਦਾ ਨਗਰ ਸੀ ਆਨੰਦਪੁਰ ਸਾਹਿਬ, ਜਿਸ ਆਨੰਦਪੁਰ ਸਾਹਿਬ ਦੇ ਬਾਬਤ ਜਦੋਂ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਪਹਿਲੀ ਵਾਰੀ ਸਤਿਗੁਰੂ ਪਹੁੰਚੇ ਸਨ ਗੋਬਿੰਦ ਰਾਜ ਦੇ ਰੂਪ ਦੇ ਵਿੱਚ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਨਗਰ ਵਸਾ ਦਿੱਤਾ, ਨਗਰ ਵਸਾਉਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਦੀ ਧਰਤੀ ਤੋਂ ਸੱਦਿਆ ਤੇ ਸਤਿਗੁਰੂ ਪੰਜਾਬ ਦੀ ਧਰਤੀ ਤੇ ਪਹੁੰਚੇ। ਜਦੋਂ ਸਤਿਗੁਰੂ ਆਨੰਦਪੁਰ ਸਾਹਿਬ ਦੀ ਹੱਦ ਦੇ ਵਿੱਚ ਪ੍ਰਵੇਸ਼ ਹੋਏ ਨਾ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਪਰਿਵਾਰ ਨੂੰ ਲੈਣ ਵਾਸਤੇ ਅੱਗੇ ਆਏ ਨੇ। ਸਤਿਗੁਰੂ ਜੀ ਨੇ ਪਿਤਾ ਗੁਰੂ ਨੂੰ ਦੇਖਿਆ, ਪਿਤਾ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ, ਫਿਰ ਆਨੰਦਪੁਰ ਸਾਹਿਬ ਵੱਲ ਤੱਕਣਾ ਕੀਤਾ। ਸੋਹਣੀ ਰਮਣੀਕ ਥਾਂ, ਇੱਕ ਪਾਸੇ ਵੱਡੇ ਵੱਡੇ ਪਹਾੜ, ਇੱਕ ਪਾਸੇ ਗੁਰੂ ਸਵਾਰਿਓ ਸਤਲੁਜ ਦਰਿਆ ਵਗ ਰਿਹਾ ਹੈ, ਤੇ ਵਿਚਕਾਰ ਇਹ ਨਗਰ ਵਸਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ
ਬਾਲ ਗੋਬਿੰਦ ਰਾਏ ਜੀ ਆਖਣ ਲੱਗੇ ਕਿ ਵਾਹ ਪਿਤਾ ਜੀ, ਸੋਹਣੀ ਰਮਣੀਕ ਨਗਰੀ ਦੇਖ ਕੇ ਆਨੰਦ ਆ ਗਿਆ। ਸੋਹਣੀ ਰਮਣੀਕ ਨਗਰੀ ਦੇਖ ਕੇ ਆਨੰਦ ਆ ਗਿਆ। ਜਦੋਂ ਇਸ ਤਰ੍ਹਾਂ ਬਚਨ ਕੀਤੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੁੱਤਰ ਫਿਰ ਪੜ੍ਹ ਆਨੰਦ ਸਾਹਿਬ, ਤੇ ਅੱਜ ਤੋਂ ਬਾਅਦ ਇਸ ਨਗਰ ਦਾ ਨਾਮ ਵੀ ਆਨੰਦਪੁਰ ਸਾਹਿਬ ਹੋਵੇਗਾ। ਇੰਨਾ ਪ੍ਰੇਮ ਸੀ ਗੁਰੂ ਸਰੇ ਆਨੰਦਪੁਰ ਸਾਹਿਬ ਦੇ ਨਾਲ। ਪਰ ਜਦੋਂ ਸਤਿਗੁਰੂ ਤੇ ਇਹ ਸਮਾਂ ਆਇਆ ਤੇ ਸਤਿਗੁਰੂ ਮਹਾਰਾਜ ਨੂੰ ਇਹ ਆਨੰਦਪੁਰ ਸਾਹਿਬ ਵੀ ਛੱਡਣਾ ਪਿਆ। ਆਪਾਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਹਾਂ, ਕਿਸੇ ਕੰਮ ਲਈ ਬਾਹਰ ਜਾਂਦੇ ਹਾਂ, ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਹਾਂ, ਚਾਹੇ ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ, 5 ਸਾਲ ਬਾਅਦ, ਤੇ ਸਾਡੀ ਸੁਰਤੀ ਆਪਣੇ ਘਰ ਵਿੱਚ ਹੁੰਦੀ ਹੈ। ਵਾਪਸ ਮੁੜ ਕੇ ਆਉਂਦੇ ਹਾਂ। ਇੱਕ ਵਾਰੀ ਚਲੇ ਗਏ ਤਾਂ ਦੁਬਾਰਾ ਵਾਪਸ ਮੁੜ ਕੇ ਆ ਜਾਣਾ। ਪਰ ਦਸ਼ਮੇਸ਼ ਪਿਤਾ ਮਹਾਰਾਜ ਜਦੋਂ ਆਪਣੇ ਪਰਿਵਾਰ ਦੇ ਸਹਿ ਨਿਕਲੇ ਤਾਂ 6-7 ਦੀ ਪੋਹ ਦੀ ਰਾਤ ਨੂੰ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਹ ਪਤਾ ਸੀ ਕਿ ਹੁਣ ਮੈਂ ਵਾਪਸ ਮੁੜ ਕੇ ਨਹੀਂ ਆਣਾ। ਨਾ ਮੇਰੇ ਸਾਹਿਬਜ਼ਾਦਾ ਅਜੀਤ ਸਿੰਘ ਨੇ, ਨਾ ਜੁਝਾਰ ਸਿੰਘ ਨੇ, ਨਾ ਬਾਬਾ ਜੋਰਾਵਰ ਸਿੰਘ, ਨਾ ਬਾਬਾ ਫਤਿਹ ਸਿੰਘ, ਨਾ ਮੇਰੇ ਮਾਤਾ ਜੀ ਨੇ ਮੁੜ ਕੇ ਆਉਣਾ। ਕਿਸੇ ਨੇ ਵੀ ਮੁੜ ਕੇ ਨਹੀਂ ਆਉਣਾ। ਕਿਹੋ ਜਿਹਾ ਉਹ ਘਟਨਾ, ਦੁੱਖ ਦੀ ਘੜੀ ਹੋਵੇਗੀ। ਕਿਵੇਂ ਸਤਿਗੁਰੂ ਮਹਾਰਾਜ ਨੇ ਆਪਣੇ ਪਿੰਡੇ ਉੱਤੇ ਉਹ ਦੁੱਖ ਦੀ ਘੜੀ ਹੰਢਾਈ ਹੋਵੇਗੀ। ਪਰ ਗੁਰੂ ਸਵਾਰਿਓ ਨਗਰ ਛੱਡਿਆ, ਆਪਣਾ ਘਰ ਛੱਡਿਆ, ਤੇ ਕਲਗੀਧਰ ਪਾਤਸ਼ਾਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸਨ। ਪਰਿਵਾਰ, ਬੱਚੇ ਸ਼ਹੀਦ ਕਰਵਾ ਲਏ, ਤੇ ਬੱਚਿਆਂ ਨੇ ਸ਼ਹਾਦਤ ਦਾ ਜਾਮ ਪੀ ਲਿਆ, ਸਾਹਿਬਜ਼ਾਦਿਆਂ ਨੇ। ਫਿਰ ਵੀ ਦਸ਼ਮੇਸ਼ ਪਿਤਾ ਮਹਾਰਾਜ ਦੇ ਨੇਤਰਾਂ ਵਿੱਚ ਇੱਕ ਵੀ ਅੱਥਰੂ ਨਹੀਂ ਡਿੱਗਿਆ ਸੀ, ਇੱਕ ਵੀ ਹੰਝੂ ਨਹੀਂ ਡਿੱਗਿਆ ਸੀ। ਇੰਨੀ ਸਤਿਗੁਰੂ ਚੜ੍ਹਦੀ ਕਲਾ ਦੇ ਕਾਰਨ ਕੀ ਸੀ? ਕਿਉਂ ਸਤਿਗੁਰੂ ਕਲਗੀਧਰ ਪਾਤਸ਼ਾਹ ਖੁਦ ਆਪ ਗੁਰੂ ਸਰ ਉਸ ਪਰਮੇਸ਼ਰ ਦੇ ਨਾਮ ਰੰਗ ਤਦਾਕਾਰ ਸਨ। ਪਰਮੇਸ਼ਰ ਸੀ, ਪਰ ਉਹਨਾਂ ਕੋਲ ਉਹ ਨਾਮ ਦੀ ਖੁਰਾਕ ਸੀ, ਜਿਹੜੀ ਖੁਰਾਕ ਉਹਨਾਂ ਨੇ ਸਾਨੂੰ ਵੰਡਣਾ ਕੀਤੀ ਕਿ ਸਿੱਖੋ, ਤੁਹਾਡੇ ਕੋਲ ਵੀ ਸਮਾਂ ਹੈ, ਤੁਸੀਂ ਇਹ ਸਮੇਂ ਦੀ ਕਦਰ ਕਰੋ, ਨਾਮ ਜਪੋ, ਅੰਮ੍ਰਿਤ ਵੇਲੇ ਸੰਭਾਲ ਕਰੋ। ਜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੋਗੇ ਤੁਹਾਡਾ ਜੀਵਨ ਅੰਮ੍ਰਿਤ ਹੋ ਜਾਵੇਗਾ। ਜੇ ਤੁਹਾਡੇ ਹੱਥੋਂ ਅੰਮ੍ਰਿਤ ਵੇਲਾ ਖੁੰਝ ਗਿਆ ਤੇ ਤੁਹਾਡਾ ਜੀਵਨ ਇੱਕ ਤਰ੍ਹਾਂ ਨਰਕਾਂ ਦੀ ਨਿਆਈ ਹੋਵੇਗਾ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਐਨੀ, ਜਦੋਂ ਉਹ ਸਮਾਂ ਸੀ, ਦੇਖੋ ਇੱਕ ਪਾਸੇ ਸਤਿਗੁਰੂ ਨੇ ਆਪਣੇ ਪਰਿਵਾਰ, ਆਪਣਾ ਨਗਰ ਛੱਡਿਆ, ਦੂਜੇ ਪਾਸੇ ਜਦੋਂ ਤੁਰੇ ਨਾ ਸਤਿਗੁਰੂ ਪਾਤਸ਼ਾਹ, ਇਤਿਹਾਸ ਦੱਸਦਾ, ਕਹਿੰਦੇ ਨੇ ਉਦੋਂ ਵਰਖਾ ਹੋਣ ਲੱਗ ਪਈ ਸੀ। ਇੱਕ ਤਾਂ ਉੱਤੋਂ ਦੀ ਸੀਤ, ਠੰਡੀ ਠੰਡੀ ਹਵਾ, ਪਹਾੜੀ ਇਲਾਕਾ ਅਨੰਦਪੁਰ ਸਾਹਿਬ ਆਪਾਂ ਜਾਈਏ, ਅੱਜ ਵੀ ਜਾਈਏ, ਅਨੰਦਪੁਰ ਸਾਹਿਬ ਲੁਧਿਆਣੇ ਨਾਲੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੱਧ ਠੰਡ ਹੈ। ਤੇ ਉਦੋਂ ਤਾਂ ਵੱਡੇ ਵੱਡੇ ਪਹਾੜ ਸੀ, ਪਹਾੜੀ ਇਲਾਕਾ ਸੀ, ਤੇ ਉਦੋਂ ਕਿੰਨੀ ਸਰਦੀ ਹੋਵੇਗੀ। ਤੇ ਅੱਤ ਦੀ ਸਰਦੀ ਦੇ ਵਿੱਚ ਸਤਿਗੁਰੂ ਬਾਹਰ ਨਿਕਲੇ ਨੇ ਪਰਿਵਾਰ ਨੂੰ ਲੈ ਕੇ, ਤੇ ਉੱਧਰੋਂ ਠੰਡੀ ਠੰਡੀ ਸੀਤ ਹਵਾ ਚੱਲ ਰਹੀ ਹੈ, ਬੂੰਦਾਬਾਂਦੀ ਹੋਣ ਲੱਗ ਪਈ। ਤੇ ਤੀਜਾ ਗੁਰੂ ਸਰੇ ਦੁਸ਼ਮਣ ਜਿਹੜੇ ਸਨ ਉਹ ਸਤਿਗੁਰਾਂ ਦੇ ਮਗਰ ਪੈ ਗਏ, ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਮਗਰ। ਇੱਕ ਪਾਸੇ ਯੁੱਧ ਹੋ ਰਿਹਾ ਤੇ ਦੂਜੇ ਪਾਸੇ ਸਤਿਗੁਰੂ ਮਹਾਰਾਜ ਤਿਆਰ ਬਰ ਤਿਆਰ ਨੇ। ਉਧਰ ਯੁੱਧ ਕਰਦੇ ਆ ਸਰਸਾ ਦੇ ਕਿਨਾਰੇ ਕੋਲ, ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ, ਤੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਨੂੰ, ਦਇਆ ਸਿਆਂ ਤਿਆਰੀ ਕਰੋ, ਸਾਨੂੰ ਭੁੱਖ ਲੱਗੀ ਹੈ। ਪਿਆਰੇ ਦਇਆ ਸਿੰਘ ਸਤਿਗੁਰੂ ਦੀ ਰਮਜ ਸਮਝੇ ਨੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਰਸਾ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕੀਤਾ ਸੀ, ਆਪ ਕੀਤਾ ਪਾਤਸ਼ਾਹ ਜੀ ਨੇ। ਸੋ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਨੇ ਸਾਨੂੰ ਦੱਸਿਆ ਹੈ ਕਿ ਵੱਡੇ ਤੋਂ ਵੱਡੇ ਬਿਪਤਾ ਦਾ ਸਮਾਂ ਸਿੱਖਾ ਤੇਰੇ ਉੱਤੇ ਕਿਉਂ ਨਾ ਆ, ਦੁੱਖ ਦੀ ਘੜੀ ਕਿਉਂ ਨਾ ਹੋਵੇ, ਤੇ ਪਰਮੇਸ਼ਰ ਨੂੰ ਭੁੱਲਣਾ ਨਹੀਂ, ਤੇ ਆਪਣਾ ਨਿੱਤ ਦਾ ਨਿਯਮ ਨਿਭਾਉਣਾ ਹੈ, ਪਰ ਮਾਫ ਕਰਨਾ। ਗੁਰੂ ਸਵਾਰਿਓ ਇੰਨਾ ਕੁਝ ਸਾਨੂੰ ਸੁੱਖ ਸਹੂਲਤਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀਆਂ ਨੇ, ਸਾਨੂੰ ਸਾਰੇ ਸੁੱਖ ਨੇ, ਪਰ ਅੱਜ ਆਪਾਂ ਉਸੇ ਹੀ ਸਤਿਗੁਰੂ ਮਹਾਰਾਜ ਨੂੰ ਵਿਸਾਰਦੇ ਜਾ ਰਹੇ ਹਾਂ। ਅੰਮ੍ਰਿਤ ਵੇਲਾ ਸਾਡੇ ਕੋਲ ਨਹੀਂ ਰਿਹਾ,
ਗੁਰਬਾਣੀ ਦੇ ਇੰਨੇ ਭੰਡਾਰ ਨੇ, ਘਰ ਘਰ ਵਿੱਚ ਪੋਥੀਆਂ ਗੁੜਕਿਆਂ ਦਾ ਪ੍ਰਬੰਧ ਹੈ, ਅਤੇ ਗੁਰਬਾਣੀ ਸਾਡੇ ਬੱਚਿਆਂ ਨੂੰ ਪਤਾ ਨਹੀਂ। 10 ਪਾਤਸ਼ਾਹਾਂ ਦੇ ਬੱਚਿਆਂ ਨੂੰ ਨਾਮ ਨਹੀਂ ਪਤਾ, ਬਾਕੀ ਤਾਂ ਦੂਰ ਦੀ ਗੱਲ ਹੈ। ਜਿਹੜੇ 10 ਪਾਤਸ਼ਾਹੀ, 5 ਪਿਆਰੇ, 5 ਤਖਤ, 4 ਸਾਹਿਬਜ਼ਾਦੇ, ਬਹੁਤ ਘੱਟ ਬੱਚਿਆਂ ਨੂੰ ਪਤਾ ਹੈ। ਪਤਾ ਤਾਂ ਲੱਗੇਗਾ ਜੇ ਆਪਾਂ ਦੱਸਾਂਗੇ। ਘੱਟੋ ਘੱਟ 10-15 ਮਿੰਟ ਆਪਣੇ ਬੱਚਿਆਂ ਲਈ ਕੱਢਿਆ ਕਰੀ। ਜਿੱਥੇ ਆਪਾਂ ਦੁਨਿਆਵੀ ਪੜ੍ਹਾਈ ਲਈ ਬੱਚਿਆਂ ਲਈ ਟਾਈਮ ਕੱਢਦੇ ਹਾਂ, ਸਮਾਂ ਕੱਢਦੇ ਹਾਂ, ਉੱਥੇ ਨਾਲ ਇਹ ਸਾਡਾ ਜਿਹੜਾ ਇਤਿਹਾਸ ਹੈ, ਸਾਹਿਬਜ਼ਾਦਿਆਂ ਦਾ ਜੀਵਨ ਅਤੇ 10 ਪਾਤਸ਼ਾਹੀਆਂ ਦੇ ਜਨਮ ਸਥਾਨ ਅਤੇ ਉਹਨਾਂ ਦੀਆਂ ਤਰੀਕਾਂ ਸਾਨੂੰ ਯਾਦ ਹੋਣੀ ਚਾਹੀਦੀਆਂ, ਬੱਚਿਆਂ ਨੂੰ ਯਾਦ ਹੋਣੀਆਂ ਚਾਹੀਦੀਆਂ ਹਨ। ਫਿਰ ਗੁਰੂ ਸਾਹਿਬ ਅਸਲ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਖੁਸ਼ੀਆਂ ਨਸੀਬ ਹੋਣੀਆਂ ਨੇ। ਸੋ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਕਿ ਮਨੁੱਖਾ ਜਨਮ ਰੂਪੀ ਪੋਹ ਦਾ ਮਹੀਨਾ ਹੈ। ਇਸ ਪੋਹ ਦੇ ਮਹੀਨੇ ਵਿੱਚ ਉਹਨਾਂ ਜੀਵ ਇਸਤਰੀਆਂ ਨੂੰ ਪੋਖ ਤੁਖਾਰ ਨਾ ਵਿਆਪੀ, ਠੰਡ ਨਹੀਂ ਵਿਆਪਦੀ ਹੈ, ਸਰਦੀ ਨਹੀਂ ਵਿਆਪਦੀ ਹੈ, ਬਰਫ਼ ਨਹੀਂ ਵਿਆਪਦੀ। ਕਿਹਨਾਂ ਨੂੰ? ਕੰਠ ਮਿਲਿਆ ਹਰ ਨਾਹੁ, ਜਿਨ੍ਹਾਂ ਜੀਵ ਇਸਤਰੀਆਂ ਦੇ ਕੰਠ ਗਲ ਦੇ ਨਾਲ, ਕਹਿੰਦੇ ਜਿਹੜੀਆਂ ਉਸ ਮਾਲਕ ਪਤੀ ਪਰਮੇਸ਼ਰ ਨਾਲ ਮਿਲ ਗਈਆਂ ਹਨ, ਜਿਨ੍ਹਾਂ ਦੇ ਅੰਦਰ ਉਹ ਮਾਲਕ ਪ੍ਰਭੂ ਨਾਲ ਇੱਕਮਿਕ ਹੋ ਗਈਆਂ ਹਨ। ਕਿਉਂਕਿ ਉਹਨਾਂ ਜੀਵ ਇਸਤਰੀਆਂ ਦੀ ਅਵਸਥਾ ਕਿਹੋ ਜਿਹੀ ਹੈ? ਤੇ ਸਤਿਗੁਰੂ ਕਹਿੰਦੇ ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਓ। ਉਹਨਾਂ ਜੀਵ ਇਸਤਰੀਆਂ ਨੂੰ ਵਿਸ਼ੇ ਵਿਕਾਰ ਇਤਿਆਦਿਕ ਇਹ ਪੋਹ ਨਹੀਂ ਸਕਦੇ ਹਨ। ਕਿਉਂ ਨਹੀਂ ਪੋਹ ਸਕਦੇ? ਕਿਉਂਕਿ ਉਹ ਰੱਬ ਦੇ ਪਿਆਰੇ ਜਿਹੜੇ ਗੁਰਮੁਖ ਜਨ ਹਨ, ਗੁਰਮੁਖਾਂ ਦੀ ਸੰਗਤ ਕਰਕੇ ਉਹ ਪਰਮਾਤਮਾ ਦੇ ਗੁਣਾਂ ਦਾ ਗੈਨ ਕਰਦੀਆਂ ਹਨ। ਪਰ ਉਸ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਗੈਨ ਕਰਦੀਆਂ ਹਨ, ਦਿਨ ਰਾਤ ਉਸ ਮਾਲਕ ਦੀ ਆਰਾਧਨਾ ਕਰਦੀਆਂ ਹਨ, ਜਿਸ ਕਰਕੇ ਉਹਨਾਂ ਜੀਵ ਇਸਤਰੀਆਂ ਨੂੰ ਵਿਸ਼ੇ ਵਿਕਾਰ ਪੋਹ ਨਹੀਂ ਸਕਦੇ ਹਨ। ਜਿਵੇਂ ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੋ ਜਾਂਦੀ ਹੈ, ਉਹਨਾਂ ਦੀ ਅਵਸਥਾ, ਜਿਨ੍ਹਾਂ ਅੰਦਰ ਪ੍ਰੇਮ ਪੈਦਾ ਹੁੰਦਾ, ਅਤੇ ਉਹ ਦਿਨ ਰਾਤ ਉਸ ਮਾਲਕ ਪ੍ਰਭੂ ਨੂੰ ਚੇਤੇ ਕਰਦੇ ਨੇ। ਸਤਿਗੁਰੂ ਜੀ ਦਾ ਫਰਮਾਨ, ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤ੍ਰਿਕੋ, ਕਿਉਂ ਕਰ ਤ੍ਰਿਪਤਾਵੈ, ਨਾਦ ਕਰੰਕਹਿ ਬੇਦਿਆ, ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸਕਾ, ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਸਤਿਗੁਰੂ ਕਹਿੰਦੇ ਜੇ ਮਛਲੀ ਦਾ ਜੀਵਨ ਪਾਣੀ ਤੋਂ ਬਿਨਾਂ ਨਹੀਂ ਹੈ, ਪਾਣੀ ਦਾ ਜੀਵਨ ਹੈ। ਪਵੀਹੇ ਪੰਛੀ ਦੀ ਖੁਰਾਕ ਹੈ ਸਵੰਤੀ ਬੂੰਦ, ਜਦੋਂ ਤੱਕ ਸਵੰਤੀ ਬੂੰਦ ਨੂੰ ਪ੍ਰਾਪਤ ਨਹੀਂ ਹੁੰਦੀ, ਉਹਦੀ ਪਿਆਸ ਨਹੀਂ ਬੁਝਦੀ ਹੈ। ਜਿਹੜਾ ਹਿਰਨ ਹੈ, ਹਿਰਨ ਦੀ ਕਮਜ਼ੋਰੀ ਹੈ ਘੰਡੇ ਹੇੜੇ ਦਾ ਸ਼ਬਦ। ਜਦੋਂ ਤੱਕ ਉਹ ਗੁਰੂ ਸਰ ਘੰਡੇ ਹੇੜੇ ਸ਼ਬਦ ਨੂੰ ਸੁਣਦਾ ਤੇ ਸ਼ਿਕਾਰੀ ਦੇ ਆਪ ਜਾਲ ਵਿੱਚ ਜਾ ਕੇ ਫਸ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਇਹ ਪ੍ਰੇਮ ਹੈ, ਘੰਡੇ ਹੇੜੇ ਦਾ ਸ਼ਬਦ ਸੁਣਨ ਦੀ ਨੂੰ ਆਦਤ ਪਈ ਹੈ, ਪ੍ਰੇਮ ਹੈ ਉਹਦੇ ਮਨ ਵਿੱਚ। ਅਤੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ, ਗੁਰਮੁਖ ਜਨ ਹਨ, ਨਾਮ ਜਪਣ ਵਾਲੇ ਨੇ, ਉਹਨਾਂ ਦੇ ਅੰਦਰ ਵੀ ਪ੍ਰੇਮ ਹੈ। ਉਹ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਦੇ ਨੇ ਅਤੇ ਪਰਮਾਤਮਾ ਦੇ ਗੁਣ ਗਾ ਕੇ ਪ੍ਰਭੂ ਦੇ ਦਰਸ਼ਨ ਦੀਦਾਰੇ ਕਰਕੇ ਉਹ ਰੱਜਦੇ ਨੇ, ਤ੍ਰਿਪਤ ਹੁੰਦੇ ਹਨ। ਉਹ 8 ਪਹਿਰ ਸਾਸ ਗਰਾਸ ਦਾ ਉਸ ਮਾਲਕ ਨੂੰ ਚੇਤੇ ਕਰਦੇ ਹਨ। ਜਿਹੜੇ ਚੇਤੇ ਕਰਦੇ ਹਨ ਉਹਨਾਂ ਨੂੰ ਫਿਰ ਵਿਸ਼ੇ ਵਿਕਾਰ ਇਤਿਆਦਿਕ ਪੋਹ ਨਹੀਂ ਸਕਦੇ। ਉਹਨਾਂ ਨੂੰ ਫਿਰ ਇਹ ਜਿਹੜੀ ਹੈ ਗੁਰੂ ਸਵਾਰੇ ਇਹ ਸਰਦੀ ਹੈ, ਇਹ ਸਰਦੀ ਖੁਆਰ ਨਹੀਂ ਕਰ ਸਕਦੀ ਹੈ। ਉਹ ਹਰ ਸਮੇਂ ਉਸ ਮਾਲਕ ਦੇ ਨਾਮ ਰੰਗਤ ਦਾ ਕਰ ਰਹਿੰਦੇ ਨੇ, ਪਰਮਾਤਮਾ ਦੇ ਗੁਣਾਂ ਦਾ ਗਹਿਣ ਕਰਦੇ ਹਨ। ਉਹਨਾਂ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ, ਜਹ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹੋ। ਫਿਰ ਉਹ ਜੀਵ ਇਸਤਰੀ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਮਨ ਵੇਦਿਆ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਹ ਜੀਵ ਇਸਤਰੀ ਗੁਰੂ ਸਵਾਰਿਓ ਓਟ ਗੋਬਿੰਦ,
ਗੋਬਿੰਦ ਜੋ ਵਿਸ਼ਿਆਂ ਤੋਂ ਪਰੇ ਹੈ, ਬਿੰਦ ਸਤਾ ਦੇਣ ਵਾਲਾ ਪਰਮੇਸ਼ਰ, ਸਾਰੀ ਧਰਤੀ ਨੂੰ ਪੈਦਾ ਕਰਨ ਵਾਲਾ, ਰਾਏ ਰਾਜਾ ਸਰੂਪ ਹੈ। ਕਹਿੰਦੇ ਇਹੋ ਜਿਹੇ ਪਰਮੇਸ਼ਰ ਦੀ ਉਹ ਓਟ ਲੈਂਦੇ ਹਨ ਤੇ ਪਰਮਾਤਮਾ ਦੀ ਟਹਿਲ ਸੇਵਾ ਕਰਕੇ ਇਹ ਲਾਹਾ ਪ੍ਰਾਪਤ ਕਰਦੇ ਹਨ। ਲਾਹਾ ਪ੍ਰਾਪਤ ਕਰਕੇ ਗੁਰੂ ਸਵਾਰਿਓ ਅੱਠੇ ਪੈਰ ਉਸ ਮਾਲਕ ਪ੍ਰਭੂ ਦੇ ਗੁਣਾਂ ਦਾ ਗੈਣ ਕਰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਇਸ ਪ੍ਰਕਾਰ ਉਹਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹਨਾਂ ਦਾ ਮਨ ਜਿਹੜਾ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਵਿੰਨਿਆ ਜਾਂਦਾ ਹੈ। ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਂਦੀ ਹੈ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ, ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਇਸ ਤਰ੍ਹਾਂ ਉਹਨਾਂ ਦੇ ਅੰਦਰ ਤਾਂਘ ਪੈਦਾ ਹੁੰਦੀ ਪ੍ਰਭੂ ਦੇ ਦਰਸ਼ਨਾਂ ਦੀ, ਕਿਉਂਕਿ ਮਨ ਉਹਨਾਂ ਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੰਨਿਆ ਹੁੰਦਾ ਹੈ। ਜਿਸ ਕਰਕੇ ਸਤਿਗੁਰੂ ਕਹਿੰਦੇ ਉਹਨਾਂ ਦੇ ਇੱਕ ਹੀ ਅੰਦਰ ਤੜਫ ਹੁੰਦੀ ਹੈ ਕਿ ਸਾਨੂੰ ਮਾਲਕ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਪਾਤਸ਼ਾਹ ਜੀ ਦਾ ਫਰਮਾਨ ਕਿ ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸੱਚ ਸ਼ਾਹ ਬੰਦੀ ਮੋਚ, ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਉਸਕਾ ਮੋਲ, ਪਾਕ ਪਰਬਦਗਾਰ ਤੂੰ, ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਦਰਸ਼ਨ ਲੱਗੜਾ ਸਾਹੋ, ਤੇਰੇ ਦਰਸ਼ਨ ਬਿਟਹੁ ਖੰਨੀਆਂ ਵੰਝਾਂ, ਤੇਰੇ ਨਾਮ ਬਿਟਹੁ ਕੁਰਬਾਣੋ, ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੇ ਮਾਲਕ ਜੀ ਕਿਰਪਾ ਕਰ, ਜਿਹੜੇ ਮੇਰੇ ਅੰਦਰ ਇਹ ਭਰਮ ਦਾ ਕਪਟ ਕਵਾੜ ਲੱਗਿਆ ਹੋਇਆ, ਤਖਤਾ ਲੱਗਿਆ ਹੋਇਆ ਹੈ, ਇਸ ਨੂੰ ਖੋਲ੍ਹਣਾ ਕਰ, ਇਸ ਨੂੰ ਪਰੇ ਕਰ ਦੇ, ਤਾਂ ਕਿ ਮੈਂ ਆਪ ਜੀ ਦੇ ਦੀਦਾਰ ਕਰ ਸਕਾਂ। ਇਸ ਤਰ੍ਹਾਂ ਗੁਰੂ ਸਵਾਰੇ ਜਿਨ੍ਹਾਂ ਦੇ ਅੰਦਰ ਤਾਂਘ ਪੈਦਾ ਹੋ ਜਾਂਦੀ ਨਾ, ਉਹ ਅੱਠੇ ਪੈਰ ਫਿਰ ਫਰੀ ਦੇ ਪਰਮਾਤਮਾ ਦੇ ਦੀਦਾਰ ਕਰਦੇ ਹਨ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਤੇ ਇਸ ਤਰ੍ਹਾਂ ਫਿਰ ਉਹ ਪ੍ਰਭੂ ਦੇ ਪਿਆਰੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ ਤੇ ਉਹਨਾਂ ਦੇ ਉੱਤੇ ਫਿਰ ਮਾਲਕ ਦੀ ਬਖਸ਼ਿਸ਼ ਹੁੰਦੀ ਹੈ। ਉਹਨਾਂ ਨੂੰ ਫਿਰ ਮਾਲਕ ਪ੍ਰਭੂ ਦੇ ਦੀਦਾਰ ਹੋ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਵਿੰਨ ਜਾਂਦਾ ਹੈ, ਉਹਨਾਂ ਦੇ ਅੰਦਰ ਫਿਰ ਪ੍ਰਭੂ ਦੇ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਂਦੀ ਹੈ। ਅੱਠੇ ਪੈਰ ਉਹ ਸਾਸ ਗਰਦਾਸ ਦੁਆਰਾ ਉਸ ਮਾਲਕ ਨੂੰ ਚੇਤੇ ਕਰਦੇ ਨੇ। ਜਿਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਮੇਰੇ ਸ਼ਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਜਾਣਤਾ ਤੂੰ ਸਾਹਾ, ਅਵਰ ਕਿਆ ਜਾਣੈ ਕੋਏ। ਕਿ ਇਹ ਸ਼ਾਹ ਦਾ ਅਰਥ ਹੈ ਪਰਮੇਸ਼ਰ। ਕਹਿੰਦੇ ਜਿਹੜੀ ਸਾਡੀ ਬੇਦਨ ਹੈ, ਸਾਡੀ ਪੀੜਾ ਹੈ, ਦਰਦ ਹੈ, ਉਹਨੂੰ ਮਾਲਕ ਜੀ ਤੂੰ ਆਪ ਜਾਣਦਾ ਹੈ ਤੇ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦੀਦਾਰ ਬਖਸ਼ਣਾ ਕਰ। ਤੇ ਗੁਰੂ ਸਵਾਰਿਓ ਇਤਿਹਾਸਕ ਪੰਨਿਆਂ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਗੁਰਸਿੱਖ ਹੋਏ ਨੇ ਜਿਨ੍ਹਾਂ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ ਹੈ, ਗੁਰੂ ਦੇ ਦਰਸ਼ਨਾਂ ਲਈ ਜੋ ਦਿਨ ਰਾਤ ਤੜਫਦੇ ਸਨ, ਜਿਨ੍ਹਾਂ ਨੇ ਫਿਰ ਸਤਿਗੁਰ ਦਾ ਓਟ ਆਸਰਾ ਤੱਕਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਉਹਨਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ। ਦੇਖੋ ਮਾਤਾ ਸਾਹਿਬ ਦੇਵਾ ਕੌਰ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਬਚਲ ਨਗਰ ਨੰਦੇੜ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੀ,
ਸਤਿਗੁਰੂ ਜੀ ਨੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਦੇਵਾ ਕੌਰ ਨੂੰ ਵਾਪਸ ਭੇਜਿਆ ਕਿ ਤੁਸੀਂ ਦਿੱਲੀ ਦੀ ਧਰਤੀ ਤੇ ਜਾਣਾ ਕਰੋ। ਤੇ ਮਾਤਾ ਸਾਹਿਬ ਦੇਵਾ ਕੌਰ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੋ ਖਾਲਸੇ ਦੇ ਮਾਤਾ ਜੀ ਹਨ, ਖਾਲਸੇ ਦੇ ਮਾਤਾ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ, ਸਤਿਗੁਰੂ ਜੀ ਆਪ ਜੀ ਨੇ ਮੈਨੂੰ ਹੁਕਮ ਕੀਤਾ ਹੈ ਕਿ ਦਿੱਲੀ ਦੀ ਧਰਤੀ ਤੇ ਆਪਣੀ ਭੈਣ ਨਾਲ ਤੁਸੀਂ ਵਾਪਸ ਜਾਵੋ। ਪਰ ਪਾਤਸ਼ਾਹ ਜੀ ਮੇਰਾ ਤਾਂ ਨਿਤ ਦਾ ਨਿਯਮ ਬਣਿਆ ਹੋਇਆ ਏ ਕਿ ਪਹਿਲਾਂ ਮੈਂ ਆਪ ਜੀ ਦੇ ਦਰਸ਼ਨ ਦੀਦਾਰੇ ਕਰਨੇ, ਫਿਰ ਜਲ ਪਾਣੀ ਛਕਣਾ। ਤੇ ਸਤਿਗੁਰੂ ਮੈਂ ਆਪ ਜੀ ਤੋਂ ਬਿਨਾਂ ਕਿਵੇਂ ਰਵਾਂਗੀ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਕਹਿੰਦੇ ਸ਼ਸਤਰ ਦਿੱਤੇ ਕਿ ਇਹਨਾਂ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਪਲੰਘ ਉੱਤੇ ਸਜਾ ਕੇ ਰੱਖਣਾ ਹੈ। ਜਦੋਂ ਸਾਡੇ ਤੁਹਾਡੇ ਮਨ 'ਚ ਇੱਛਾ ਜਾਗੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਨੇ ਨੇ, ਕਹਿੰਦੇ ਅਰਦਾਸ ਬੇਨਤੀ ਕਰਨੀ, ਸ਼ਾਸਤਰਾਂ ਅੱਗੇ ਖਲੋ ਕੇ ਸਿਮਰਨ ਕਰਨਾ ਤੇ ਅਸੀਂ ਤੁਹਾਨੂੰ ਦੀਦਾਰ ਬਖਸ਼ਿਸ਼ ਕਰਾਂਗੇ। ਇਹ ਹੈ ਦਰਸ਼ਨ ਲੱਗੜਾ ਸਾਹਿਬ। ਕਹਿੰਦੇ ਨੇ ਮਾਤਾ ਸਾਹਿਬ ਕੌਰ ਜੀ ਫਿਰ ਜਦੋਂ ਵਾਪਸ ਆਏ ਨੇ ਦਿੱਲੀ ਦੀ ਧਰਤੀ ਤੇ, ਮਨ ਕਰਦਾ ਕਿ ਸਤਿਗੁਰੂ ਪਾਤਸ਼ਾਹ ਨਾਲ ਗੱਲਾਂ ਬਾਤਾਂ ਕਰਾਂ, ਸਤਿਗੁਰੂ ਦੇ ਮੈਂ ਦੀਦਾਰ ਕਰਾਂ। ਫਿਰ ਮਾਤਾ ਜੀ ਇਸੇ ਤਰ੍ਹਾਂ ਹੀ ਵਿਧੀ ਅਨੁਸਾਰ ਅਰਦਾਸਾਂ ਸੋਧਦੇ ਨੇ, ਅਰਦਾਸਾਂ ਸੋਧ ਕੇ ਸ਼ਸਤਰਾਂ ਨੂੰ ਸਜਦਾ ਕਰਦੇ ਨੇ ਤੇ ਗੁਰੂ ਸਵਾਰੇ ਸ਼ਸਤਰਾਂ ਦੇ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਦਾਰ ਹੁੰਦੇ ਹਨ। ਬਹੁਤ ਸਾਰੇ ਸਾਨੂੰ ਇਤਿਹਾਸਕ ਹਵਾਲੇ ਇਸ ਤਰ੍ਹਾਂ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਤਾਂਘ ਦੇਖੋ। ਇਹ ਤਾਂ ਮਾਤਾ ਦੀ ਗੱਲ ਹੈ। ਹੋਰ ਵੀ ਐਸੇ ਸਿੱਖ ਨੇ ਜਿਹੜੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦੇ ਸਨ। ਬਾਬਾ ਰਾਮ ਕੋਇਰ ਜੀ, ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ ਵਿੱਚੋਂ, ਉਹਨਾਂ ਦੇ ਜੀਵਨ ਪੜ੍ਹ ਕੇ ਦੇਖੋ। ਉਹਨਾਂ ਨੇ ਵੀ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਤੁਸੀਂ ਜਾ ਰਹੇ ਹੋ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਕੀ ਹਾਲ ਹੋਵੇਗਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸੀ ਕਿ ਭਾਈ ਰਾਮ ਕੌਰ ਸਿੰਘ ਜੀ ਤੁਸੀਂ ਜਦੋਂ ਤੁਹਾਡਾ ਮਨ ਕਰੇ ਕਿ ਮੈਂ ਸਤਿਗੁਰ ਦੇ ਦਰਸ਼ਨ ਦੀਦਾਰੇ ਕਰਨੇ ਹਨ, ਕਹਿੰਦੇ ਉਦੋਂ ਤੁਸੀਂ ਜੰਗਲ ਵਾਲੇ ਇਲਾਕੇ ਵੱਲ ਜਾਣਾ, ਤਿਆਰ ਬਰ ਤਿਆਰ ਹੋਣਾ ਹੈ। ਸਾਰੇ ਸ਼ਸਤਰ ਆਪਣੇ ਸਰੀਰ ਉੱਤੇ ਸਜਾਣੇ ਨੇ, ਘੋੜੇ ਉੱਤੇ ਸਵਾਰ ਹੋ ਕੇ ਜੰਗਲ ਇਕਾਂਤ ਵਿੱਚ ਪਹੁੰਚਣਾ, ਇਕਾਂਤ ਵਿੱਚ ਜਾ ਕੇ ਤੁਸੀਂ ਸਾਡਾ ਸਿਮਰਨ ਕਰਨਾ, ਅਸੀਂ ਤੁਹਾਨੂੰ ਪ੍ਰਤੱਖ ਦਰਸ਼ਨ ਦੀਦਾਰੇ ਦਿਆ ਕਰਾਂਗੇ। ਇਤਿਹਾਸ ਦੱਸਦਾ ਏ ਕਿ ਜਿੰਨਾ ਸਮਾਂ ਬਾਬਾ ਰਾਮ ਕੋਇਰ ਜੀ ਸੰਸਾਰ ਦੇ ਵਿੱਚ ਰਹੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀਦਾਰੇ ਉਹ ਕਰਦੇ ਰਹੇ ਇਸ ਤਰ੍ਹਾਂ। ਤੇ ਗੱਲ ਤਾਂ ਕਾਰਨ ਕੀ, ਕਿਉਂ ਦਰਸ਼ਨ ਹੁੰਦੇ ਸੀ? ਕਿਉਂਕਿ ਉਹਨਾਂ ਦੇ ਅੰਦਰ ਸਤਿਗੁਰ ਦੇ ਪ੍ਰਤੀ ਪ੍ਰੇਮ ਸੀ, ਸਤਿਗੁਰ ਦੇ ਪ੍ਰਤੀ ਸ਼ਰਧਾ ਸੀ, ਉਹਨਾਂ ਦੀ ਕਮਾਈ ਕੀਤੀ ਹੋਈ ਸੀ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ ਕੀਤਾ ਸੀ। ਤੇ ਅੱਜ ਸਾਡੇ ਵਿੱਚ ਇਹ ਕਮੀਆਂ ਨੇ। ਗੁਰੂ ਦੇ ਬਚਨ ਆਪਾਂ ਮੰਨਦੇ ਜ਼ਰੂਰ ਹਾਂ, ਸਰੀਰਕ ਤੌਰ ਤੇ ਮੰਨਦੇ ਹਾਂ, ਮਨ ਕਰਕੇ ਨਹੀਂ ਮੰਨਦੇ। ਤੇ ਜਿਹੜਾ ਪ੍ਰੇਮ ਉਹਨਾਂ ਦੇ ਮਨ ਵਿੱਚ, ਸਾਡੇ ਅੰਦਰ ਤਾਂ ਇੱਕ ਰੱਤੀ ਮਾਤਰ ਵੀ ਪ੍ਰੇਮ ਨਹੀਂ ਹੈ। ਸਾਡੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਸਤਿਗੁਰ ਨੇ ਸਾਨੂੰ ਇਹ ਦੱਸਿਆ ਕਿ ਗੁਰਸਿੱਖ ਨੇ ਜਦੋਂ ਵੀ ਆਪਣੇ ਬੱਚੇ ਘਰ 'ਚ ਕੋਈ ਸਮਾਗਮ ਹੋਵੇ, ਬੱਚਿਆਂ ਦੀ ਸ਼ਾਦੀ ਹੋਵੇ ਜਾਂ ਹੋਰ ਕੋਈ ਸਮਾਗਮ ਹੋਵੇ, ਉਹ ਗੁਰਮਤਿ ਦੇ ਅਨੁਸਾਰ ਕਰਨਾ ਹੈ। ਤੇ ਮਾਫ ਕਰਨਾ, ਜਦੋਂ ਗੁਰੂ ਸਵਾਰਿਓ ਸਾਡੇ ਬੱਚਿਆਂ ਦੀ ਸ਼ਾਦੀ ਦੀ ਗੱਲ ਆਉਂਦੀ ਨਾ, ਵਿਆਹ ਸਮਾਗਮ ਹੁੰਦੇ ਨੇ, ਉਦੋਂ ਅਸੀਂ ਸਾਰੀ ਮਰਜ਼ਾਦਾ ਭੁੱਲ ਜਾਂਦੇ ਹਾਂ, ਸਤਿਗੁਰ ਦੇ ਬਚਨ ਭੁੱਲ ਜਾਂਦੇ ਹਾਂ। ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਕਲਗੀਧਰ ਜਿਸ ਕਮਰੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪੈਂਦੇ ਨੇ, ਅਖੰਡ ਪਾਠ, ਸਹਿਜ ਪਾਠ ਜਾਂ ਸੁਖਨੀ ਸਾਹਿਬ ਹੁੰਦਾ ਏ, ਸਾਰੇ ਗੁਰਸਿੱਖ ਕਰਾਉਂਦੇ ਨੇ, ਸਿੱਖ ਦਾ ਇਹ ਫਰਜ਼ ਵੀ ਹੈ। ਜਦੋਂ ਆਪਾਂ ਕੋਈ ਸਮਾਗਮ ਉਲੀਕਣਾ ਤੇ ਪਹਿਲਾਂ ਗੁਰੂ ਨੂੰ ਚੇਤੇ ਕਰਨਾ। ਕਮਰੇ ਵਿੱਚ ਸਤਿਗੁਰ ਦੇ ਪ੍ਰਕਾਸ਼ ਹੋ ਗਿਆ, ਸਹਿਜ ਪਾਠ, ਅਖੰਡ ਪਾਠ, ਸਹਿਜ ਪਾਠ ਸਾਹਿਬ ਹੋ ਗਿਆ,
ਭੋਗ ਪੈ ਗਏ, ਅਰਦਾਸਾ ਸੋਧਿਆ ਗਿਆ, ਸਤਿਗੁਰੂ ਆਪਣੇ ਸੱਚਖੰਡ ਚਲੇ ਗਏ, ਗੁਰਦੁਆਰਾ ਸਾਹਿਬ ਪਹੁੰਚ ਗਏ। ਤੇ ਮਾਫ਼ ਕਰਨਾ, ਕਈ ਪਰਿਵਾਰ ਇਹੋ ਜਿਹੇ ਦੇਖਣਾ ਕਿਤੇ ਉਸੇ ਕਮਰੇ ਵਿੱਚ ਟੇਬਲ ਲੱਗ ਜਾਂਦੇ, ਕੁਰਸੀਆਂ ਲੱਗ ਜਾਂਦੀਆਂ ਨੇ, ਤੇ ਉੱਥੇ ਹੀ ਫਿਰ ਗੁਰੂ ਸਹੁਰੇ ਸ਼ਰਾਬ ਸ਼ੁਰੂ ਹੋ ਜਾਂਦੀ ਹੈ। ਇੱਕ ਪਾਸੇ ਗੁਰੂ ਦਾ ਸਹਾਰਾ, ਦੂਜੇ ਪਾਸੇ ਆਪਾਂ ਗੁਰਮਤਿ ਦੇ ਉਲਟ ਕੰਮ ਕਰ ਰਹੇ ਹਾਂ। ਕਿੱਥੋਂ ਸਾਨੂੰ ਸਤਿਗੁਰ ਦੀਆਂ ਖੁਸ਼ੀਆਂ ਨਸੀਬ ਹੋਣਗੀਆਂ? ਫਿਰ ਹੁੰਦਾ ਕੀ ਹੈ, ਕਈ ਵਾਰ ਦੇਖਦੇ ਨਾ 6 ਮਹੀਨੇ ਨਹੀਂ ਟੱਪਦੇ ਤੇ ਬੱਚਿਆਂ ਦੇ ਆਪਸ 'ਚ ਕਲਾ ਕਲੇਸ਼ ਹੁੰਦੀ ਹੈ, ਤਲਾਕ ਦਾ ਗੱਲ ਪਹੁੰਚ ਜਾਂਦੀ ਹੈ। ਉਹ ਕਾਰਨ ਕੀ ਬਣਦਾ ਹੈ? ਕਾਰਨ ਇਹ ਹੈ ਕਿ ਜਿਸ ਗੁਰੂ ਦੀਆਂ ਆਪਾਂ ਖੁਸ਼ੀਆਂ ਲੈਣੀਆਂ ਸਨ, ਉਸ ਗੁਰੂ 'ਤੇ ਤਾਂ ਆਪਾਂ ਉਹਦੇ ਗੁਰਮਤਿ ਦੇ ਉਲਟ ਕੰਮ ਕੀਤਾ ਹੈ, ਤੇ ਗੁਰੂ ਦੀਆਂ ਖੁਸ਼ੀਆਂ ਸਾਨੂੰ ਕਿੱਥੋਂ ਪ੍ਰਾਪਤ ਹੋ ਜਾਣੀਆਂ ਨੇ? ਪ੍ਰੇਮ ਆਪਾਂ ਅੰਦਰ ਪੈਦਾ ਕਰੀਏ। ਜੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦਾ ਸੀ ਸਤਿਗੁਰ ਨਾਲ ਪ੍ਰੇਮ, ਉਹੋ ਜਿਹੇ ਆਪਾਂ ਸਿੱਖ ਬਣੀਏ। ਤੇ ਜਦੋਂ ਆਪ ਸਾਡੇ ਅੰਦਰ ਇਹੋ ਜਿਹਾ ਪ੍ਰੇਮ ਪੈਦਾ ਹੋ ਜਾਵੇਗਾ ਨਾ, ਫਿਰ ਸਤਿਗੁਰੂ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਨਗੇ। ਤੇ ਪਾਤਸ਼ਾਹ ਕਹਿੰਦੇ ਨੇ, ਮਨ ਬੇਦਿਆ ਚਰਨਾਰ ਬਿੰਦ, ਜਿਨ੍ਹਾਂ ਦਾ ਮਨ ਕਹਿੰਦੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਰ ਬਿੰਦ, ਸੋਹਣੇ ਸੁੰਦਰ ਕਮਲਾਂ ਵਰਗੇ ਚਰਨਾਂ ਵਿੱਚ ਬਿੰਨਿਆ ਜਾਂਦਾ ਏ, ਖੁੱਭ ਜਾਂਦਾ ਹੈ ਮਨ, ਉਹਨਾਂ ਦੇ ਅੰਦਰ ਫਿਰ ਦਰਸ਼ਨ ਲੱਗੜਾ ਸਾਹੋ, ਉਹਨਾਂ ਨੂੰ ਫਿਰ ਪਰਮਾਤਮਾ ਦੇ ਦੀਦਾਰ ਹੁੰਦੇ ਨੇ। ਉਹਨਾਂ ਦੇ ਅੰਦਰ ਇਹ ਉਤਸ਼ਾਹ ਪੈਦਾ ਹੁੰਦਾ ਕਿ ਸਾਨੂੰ ਕਦੋਂ ਮਾਲਕ ਦੇ ਦੀਦਾਰ ਹੋਣ, ਤੜਫਦੇ ਰਹਿੰਦੇ ਅੱਠੇ ਪੈਰੋਂ। ਤੇ ਇਸ ਤਰ੍ਹਾਂ ਗੁਰੂ ਸਵਾਰੇ ਇੱਕ ਦਿਨ ਸਮਾਂ ਆਉਂਦਾ ਏ, ਫਿਰ ਉਸ ਮਾਲਕ ਪ੍ਰਭੂ ਪਰਮਾਤਮਾ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ, ਉਸ ਮਾਲਕ ਨਾਲ ਇੱਕ ਮਿੱਕ ਹੋ ਜਾਂਦੇ ਹਨ। ਓਟ ਗੋਬਿੰਦ ਗੋਪਾਲ ਰਾਏ, ਉਹ ਕਿਸੇ ਦਾ ਸਹਾਰਾ ਨਹੀਂ ਤੱਕਦੇ। ਹਰ ਇੱਕ ਮਨੁੱਖ ਨੂੰ ਕਿਸੇ ਨਾ ਕਿਸੇ ਦੀ ਓਟ ਆਸਰਾ ਹੈ, ਪਰ ਪ੍ਰਭੂ ਦੇ ਪਿਆਰਿਆਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਹੀ ਓਟ ਆਸਰਾ ਏ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੈਨੂੰ ਨਿਮਾਣੀ ਜਿੰਦ ਨੂੰ ਮਾਲਕ ਜੀ ਤੇਰਾ ਹੀ ਆਸਰਾ ਹੈ। ਮੈਂ ਨਾਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲੇਹੋ ਸਦਨਾ ਜਨ ਤੋਰਾ। ਭਗਤ ਸਦਨਾ ਜੀ ਬਚਨ ਕਰਦੇ ਨੇ, ਕਹਿੰਦੇ ਮੈਂ ਸਦਨਾ ਤੇਰਾ ਹਾਂ ਪਰਮਾਤਮਾ, ਜੇ ਤੇਰੀ ਸ਼ਰਨ ਵਿੱਚ ਆਇਆ, ਤੇਰਾ ਓਟ ਆਸਰਾ ਤੱਕਣਾ ਕੀਤਾ ਏ, ਤੇ ਕਿਰਪਾ ਕਰੋ ਮਾਲਕ ਜੀ, ਮੈਨੂੰ ਆਪਣੇ ਚਰਨਾਂ ਦਾ ਭੋਰਾ ਬਣਾ ਕੇ ਰੱਖਣਾ ਕਰੋ, ਸ਼ਰਨ ਆਈ ਦੀ ਰੱਖਿਆ ਕਰਨਾ ਕਰੋ। ਇਸ ਤਰ੍ਹਾਂ ਫਿਰ ਜਿਹੜੇ ਉਸ ਮਾਲਕ ਪ੍ਰਭੂ ਦਾ ਓਟ ਆਸਰਾ ਤੱਕਦੇ ਨੇ, ਜਿਹੜਾ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਰਾਏ ਰਾਜਾ ਸਰੂਪ ਹੈ, ਕਹਿੰਦੇ ਐਸੇ ਪਰਮੇਸ਼ਰ ਦੀ ਓਟ ਆਸਰਾ ਤੱਕ, ਉਹਨਾਂ ਦੀ ਸੇਵਾ ਕਰਕੇ, ਟਹਿਲ ਸੇਵਾ ਕਰਕੇ ਇਹ ਲਾਹਾ ਪ੍ਰਾਪਤ ਕਰਨਾ ਕਰ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੋ। ਫਿਰ ਜਿਹੜਾ ਇਸ ਤਰ੍ਹਾਂ ਉਸ ਮਾਲਕ ਪ੍ਰਭੂ ਦਾ ਓਟ ਆਸਰਾ ਤੱਕਦੇ ਹਨ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਨੂੰ ਵਿਸ਼ੇ ਵਿਕਾਰ ਇਤਿਆਦਿਕ ਪੋਹ ਨਹੀਂ ਸਕਦੇ ਹਨ। ਵਿਸ਼ੇ ਵਿਕਾਰ ਉਹਨਾਂ ਉੱਤੇ ਹਾਵੀ ਨਹੀਂ ਹੋ ਸਕਦੇ ਹਨ, ਕਿਉਂਕਿ ਉਹ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ, ਜਾਂ ਗੁਰੂ ਪਾਤਸ਼ਾਹ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਹਨ, ਇੱਕ ਮਿੱਕ ਹੋ ਜਾਂਦੇ ਹਨ। ਗੁਰਮੁਖਾਂ ਦੀ ਸੰਗਤ ਕਰਕੇ ਰੱਬ ਦੇ ਗੁਣ ਗਾਉਂਦੇ ਹਨ, ਉਹਨਾਂ ਨੂੰ ਵਿਸ਼ੇ ਵਿਕਾਰ ਪੋਹ ਨਹੀਂ ਸਕਦੇ ਹਨ। 6ਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਹੋਇਆ, ਜਿਹਦਾ ਨਾਮ ਹੈ ਜਾਨੀ ਫਕੀਰ। ਜਾਨੀ ਫਕੀਰ ਹੈ, ਤੇ ਸਤਿਗੁਰਾਂ ਦੀ ਸਿਫਤ ਸਲਾਹ ਸੁਣੀ, ਸਤਿਗੁਰ ਦੇ ਦਰ 'ਤੇ ਆ ਗਿਆ, ਤੇ ਪਾਤਸ਼ਾਹ ਨੂੰ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੇ, ਜਾਨੀ ਕੋ ਜਾਨੀ ਸੇ ਮਿਲਾ ਦੇ। ਜਾਨੀ ਨਾਮ ਆਪਣਾ ਹੈ, ਤੇ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੇ, ਪਾ ਜਾਨੀ ਪਰਮੇਸ਼ਰ ਨਾਲ ਮਿਲਾਣਾ ਕਰ। ਤੇ ਸਤਿਗੁਰੂ ਮਹਾਰਾਜ ਚੁੱਪ, ਕੋਈ ਉੱਤਰ ਨਹੀਂ ਦਿੰਦੇ। ਕਹਿੰਦੇ ਬਾਹਰ ਬੈਠਾ ਹੋਇਆ, ਤੇ ਸਤਿਗੁਰੂ ਇਹਦੀ ਬਿਲਕੁਲ ਵੀ ਗੁਰੂ ਸਰ ਖਬਰਸਾਰ ਨਹੀਂ ਲੈ ਰਹੇ, ਬਿਲਕੁਲ ਧਿਆਨ ਨਹੀਂ ਦੇ ਰਹੇ ਹਨ। ਉੱਚੀ ਉੱਚੀ ਪੜ੍ਹਦਾ, ਜਾਨੀ ਕੋ ਜਾਨੀ ਸੇ ਮਿਲਾ ਦੇ,
ਜਾਨੀ ਕੋ ਜਾਨੀ ਸੇ ਮਿਲਾ ਦੇ। ਸਿੱਖ ਜਦੋਂ ਕੋਈ ਸੰਗਤ ਸਤਿਗੁਰ ਦੇ ਚਰਨਾਂ ਚੱਲ ਕੇ ਆਉਂਦੀ ਹੈ, ਉਹ ਵੀ ਸੁਣਦੇ ਨੇ, ਜਿਹੜੇ ਵਾਪਸ ਮੁੜਦੇ ਨੇ ਉਹ ਵੀ ਸੁਣਦੇ ਹਨ, ਅਤੇ ਸੁਣ ਕੇ ਉਹ ਬੜੇ ਖੁਸ਼ ਹੁੰਦੇ ਨੇ। ਕਹਿੰਦੇ ਫੇਰ ਆਖਣਾ ਕਰ, ਇਹ ਫੇਰ ਆਖਦਾ ਉੱਚੀ ਆਵਾਜ਼, ਜਾਨੀ ਕੋ ਜਾਨੀ ਸੇ ਮਿਲਾ ਦੇ। ਅਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਉੱਥੇ ਖੇਡ ਵਰਤਾਈ। ਸਤਿਗੁਰੂ ਕਹਿਣ ਲੱਗੇ ਜਿੱਥੇ ਇਹ ਜਾਨੀ ਫਕੀਰ ਬੈਠਾ ਹੋਇਆ ਨਾ, ਉਹਦੇ ਅੱਗੇ ਵੱਡੀ ਕੰਧ ਉਸਾਰਨਾ ਕਰੋ। ਅਤੇ ਸਿੱਖ ਗਏ, ਸਿੱਖਾਂ ਨੇ ਕੰਧ ਉਸਾਰ ਦਿੱਤੀ। ਜਦੋਂ ਕੰਧ ਉਸਾਰੀ ਗਈ ਅਤੇ ਉਸ ਤੋਂ ਬਾਅਦ ਇਹ ਫਿਰ ਉੱਥੇ ਬੈਠਾ ਉੱਚੀ ਉੱਚੀ ਆਵਾਜ਼ 'ਚ ਆਖਦਾ, ਜਾਨੀ ਕੋ ਜਾਨੀ ਸੇ ਮਿਲਾ ਦੇ। ਅਤੇ ਸਿੱਖਾਂ ਨੇ ਜਾ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਇੰਨੀ ਤੜਫ ਹੈ ਉਹਦੇ ਮਨ ਵਿੱਚ ਆਪ ਜੀ ਦੇ ਪ੍ਰਤੀ, ਨਿਤਾ ਪ੍ਰਤੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰਦਾ ਏ, ਪਾਤਸ਼ਾਹ ਕਿਰਪਾ ਕਰੋ, ਆਪ ਜੀ ਉਹਦੇ 'ਤੇ ਰਹਿਮਤ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਜਾਨੀ ਫਕੀਰ ਨੂੰ ਸਾਡਾ ਜਾ ਕੇ ਸੁਨੇਹਾ ਲਾ ਦਿਓ ਕਿ ਜੇ ਜਾਨੀ ਨੂੰ ਮਿਲਣਾ ਨਾ, ਸਾਹਮਣੇ ਨਦੀ ਵਗਦੀ ਹੈ, ਨਦੀ ਛਾਲ ਮਾਰਨਾ ਕਰ। ਸਾਹਮਣੇ ਨਦੀ ਵਗ ਰਹੀ ਹੈ, ਨਦੀ ਛਾਲ ਮਾਰਨਾ ਕਰ। ਜਦੋਂ ਸਤਿਗੁਰ ਨੇ ਬਚਨ ਕੀਤੇ, ਸਿੱਖ ਨੇ ਜਾ ਕੇ ਸੁਨੇਹਾ ਦਿੱਤਾ ਕਿ ਇਹ ਜਾਨੀ ਫਕੀਰ, ਗੁਰੂ ਪਾਤਸ਼ਾਹ ਨੇ ਬਚਨ ਕੀਤੇ ਨੇ, ਜੇ ਜਾਨੀ ਨੂੰ ਮਿਲਣਾ ਨਦੀ 'ਚ ਛਾਲ ਮਾਰ। ਕਹਿੰਦੇ ਉਸੇ ਸਮੇਂ ਉੱਠਿਆ, ਸਜਦਾ ਕੀਤਾ, ਬੜੀ ਤੇਜ਼ੀ ਨਾਲ ਦੌੜ ਕੇ ਨਦੀ ਵੱਲ ਨੂੰ ਗਿਆ, ਅਤੇ ਮਗਰ ਸਤਿਗੁਰੂ ਨੇ ਸਿੱਖ ਭੇਜ ਦਿੱਤੇ। ਕਹਿਣ ਲੱਗੇ ਜਦੋਂ ਛਾਲ ਮਾਰੇਗਾ, ਇਹਨੂੰ ਛਾਲ ਮਾਰਨ ਤੋਂ ਪਹਿਲਾਂ ਹੀ ਪਕੜ ਲੈਣਾ ਹੈ। ਜੋ ਨਦੀ ਦੇ ਕਿਨਾਰੇ 'ਤੇ ਜਾ ਕੇ ਇਹ ਛਾਲ ਮਾਰਨ ਲੱਗਿਆ, ਅਤੇ ਸਿੱਖਾਂ ਨੇ ਜਾ ਕੇ ਪਕੜ ਲਿਆ। ਪਕੜ ਕੇ ਸਤਿਗੁਰ ਦੇ ਕੋਲ ਲੈ ਕੇ ਆਏ। ਫਿਰ ਸਤਿਗੁਰੂ ਜੀ ਨੇ ਗੁਰੂ ਸਰੇ ਦੇ ਉੱਤੇ ਕਿਰਪਾ ਕੀਤੀ ਅਤੇ ਰਹਿਮਤ ਕੀਤੀ ਸੀ। ਕਹਿਣ ਦਾ ਭਾਵ ਹੈ, ਇੱਕ ਪਰਮਾਤਮਾ ਦਾ ਓਟ ਆਸਰਾ ਤੱਕ ਕੇ ਫਿਰ ਇਹ ਉਸ ਮਾਲਕ ਪ੍ਰਭੂ ਨਾਲ ਜੀਵ ਇੱਕਮਿਕ ਹੁੰਦਾ ਹੈ। ਹੁਣ ਜਾਨੀ ਫਕੀਰ ਨੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਸਰਾ ਤੱਕਿਆ ਕਿ ਸਤਿਗੁਰੂ ਹੀ ਮੇਰੇ ਆਸਰੇ ਹਨ। ਫਿਰ ਜਿਨ੍ਹਾਂ ਨੇ ਜਿਹੜੇ ਇਸ ਤਰ੍ਹਾਂ ਆਸਰਾ ਤੱਕ ਲੈਂਦੇ ਨੇ, ਓਟ ਤੱਕ ਲੈਂਦੇ ਨੇ, ਉਹਨਾਂ ਦੀ ਫਿਰ ਗੁਰੂ ਪਾਤਸ਼ਾਹ ਬਾਂਹ ਪਕੜਦੇ ਨੇ। ਅਤੇ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਫਿਰ ਇਸ ਤਰ੍ਹਾਂ ਉਹ ਮਾਲਕ ਦੀ ਸੇਵਾ ਕਰਕੇ ਉਹ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਫਿਰ ਵਿਖਿਆ ਪੋਹ ਨਾ ਸਕੇ, ਉਹਨਾਂ ਨੂੰ ਵਿਸ਼ੇ ਵਿਕਾਰ ਇਤਿਆਦਿਕ ਪੋਹ ਨਹੀਂ ਸਕਦੇ ਹਨ। ਕਿਉਂਕਿ ਕਿਉਂ ਨਹੀਂ ਪੋਹ ਸਕਦੇ? ਕਿ ਮਿਲ ਸਾਧੂ ਗੁਣ ਗਾਹੋ, ਉਹ ਰੱਬ ਦੇ ਪਿਆਰੇ ਸਾਧੂ ਜਨ ਗੁਰਮੁਖਾਂ ਦੀ ਸੰਗਤ ਕਰਕੇ, ਗੁਰਮੁਖਾਂ ਨਾਲ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਫਿਰ ਇਸ ਜੀਵ ਇਸਤਰੀ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਜਹ ਤੇ ਉਪਜੀ, ਜਿੱਥੋਂ ਉਪਜੀ ਪੈਦਾ ਹੋਈ, ਜੀਵ ਜਿੱਥੋਂ ਪੈਦਾ ਹੋਇਆ ਉੱਥੇ ਜਾ ਕੇ ਮਿਲ ਜਾਣਾ। ਪੈਦਾ ਆਪਾਂ ਕਿੱਥੋਂ ਹੋਏ ਹਾਂ? ਪਰਮੇਸ਼ਰ ਦੀ ਅੰਸ਼ ਹਨ, ਪਰਮੇਸ਼ਰ ਦੇ ਵਿੱਚੋਂ ਪੈਦਾ ਹੋਏ ਨੇ, ਅਤੇ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਜੀਵ ਲੀਨ ਹੁੰਦਾ ਹੈ। ਕਿਉਂਕਿ ਆਪਾਂ ਪਰਮਾਤਮਾ ਨੂੰ ਕਹਿੰਦੇ ਪਰਮਾਤਮਾ, ਪਰਮ ਆਤਮਾ ਦਾ ਜਿਹੜਾ ਮਾਲਕ ਹੈ ਉਹ ਹੈ ਪਰਮਾਤਮਾ। ਆਪਾਂ ਸਾਰੀਆਂ ਆਤਮਾ ਨੇ ਉਸ ਮਾਲਕ ਵਿੱਚੋਂ ਪੈਦਾ ਹੋਈਆਂ ਨੇ, ਅਤੇ ਜੀਵ ਫਿਰ ਉਸ ਮਾਲਕ ਵਿੱਚੋਂ ਪੈਦਾ ਹੁੰਦਾ ਅਤੇ ਮਾਲਕ ਦੇ ਵਿੱਚ ਹੀ ਜਾ ਕੇ ਸਮਾ ਜਾਂਦਾ ਹੈ। ਅਤੇ ਕਹਿੰਦੇ ਉਹਨਾਂ ਦੇ ਅੰਦਰ ਫਿਰ ਇਹ ਸੱਚੀ ਪ੍ਰੀਤ ਸਮਾਹੋ। ਉਹ ਜੀਵ ਇਸਤਰੀਆਂ ਦੇ ਅੰਦਰ ਜਿਹੜੀਆਂ ਸਾਸ ਗਰਾਸ ਦਾ ਸਮਾਰਕ ਨੂੰ ਚੇਤੇ ਕਰਦੀਆਂ ਹਨ, ਉਹਨਾਂ ਦੇ ਸੱਚੀ ਪ੍ਰੀਤ ਸਮਾ ਜਾਂਦੀ ਹੈ। ਸੱਚੀ ਪ੍ਰੀਤ ਸਮਾਉਣ ਦੇ ਰਾਹੀਂ ਉਹਨਾਂ ਨੂੰ ਫਿਰ ਗੁਰੂ ਸਵਰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਜਿਹਦੇ ਵਿੱਚੋਂ ਆਪਾਂ ਪੈਦਾ ਉਹਦੇ ਵਿੱਚ ਜਾ ਕੇ ਲੀਨ ਹੋਣਾ ਹੈ। ਉਹ ਫਿਰ ਦਿਨ ਰਾਤ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਸ ਮਾਲਕ ਦੀ ਆਰਾਧਨਾ ਕਰਦੇ, ਅਤੇ ਉਹਦੇ ਵਿੱਚ ਹੀ ਫਿਰ ਜਾ ਕੇ ਸਮਾ ਜਾਂਦੇ ਨੇ। ਫਿਰ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਜਾਨ, ਇਹੋ ਜਿਹੀ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ। ਕਰ ਗਹਿ ਲੀਨੀ ਪਾਰ ਬ੍ਰਹਮ, ਬੋਹੜ ਨ ਵਿਛੜਿਆਹੋ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ
ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਉਸ ਮਾਲਕ ਪ੍ਰਭੂ ਨਾਲ ਇਕਮਿਕ ਹੁੰਦੀਆਂ, ਪਰਮਾਤਮਾ ਨਾਲ ਪ੍ਰੇਮ ਕਰਦੀਆਂ ਹਨ, ਗੁਰੂ ਨਾਲ ਪ੍ਰੇਮ ਕਰਦੀਆਂ ਹਨ, ਤੇ ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਉਹਨਾਂ ਨੂੰ ਕਰ ਗਹਿ ਲੀਨੀ ਪਾਰ ਬ੍ਰਹਮ। ਕਰ ਦਾ ਅਰਥ ਹੈ ਹੱਥ। ਉਹਨਾਂ ਦਾ ਹੱਥ ਸਤਿਗੁਰੂ ਜੀ ਆਪਣੇ ਹੱਥ ਵਿੱਚ ਪਕੜ ਲੈਂਦੇ ਨੇ। ਪਰਮੇਸ਼ਰ ਵਾਹਿਗੁਰੂ ਉਹਨਾਂ ਜੀਵ ਇਸਤਰੀ ਦੇ ਹੱਥ ਨੂੰ ਆਪਣੇ ਹੱਥ 'ਚ ਲੈ ਲੈਂਦੇ ਨੇ। ਜਿਹੜੀਆਂ ਇੱਕ ਵਾਰੀ ਫਿਰ ਜਿਨ੍ਹਾਂ ਦਾ ਹੱਥ ਸਤਿਗੁਰੂ ਪਕੜ ਲੈਂਦੇ ਨੇ, ਪਰਮੇਸ਼ਰ ਪਕੜ ਲੈਂਦਾ ਹੈ, ਫਿਰ ਉਹਨਾਂ ਦੁਆਰਾ ਉਹਨਾਂ ਜੀਵ ਇਸਤਰੀਆਂ ਦਾ ਵਿਛੋੜਾ ਨਹੀਂ ਪੈਂਦਾ। ਕਹਿੰਦੇ ਬਹੁੜ ਨਾ ਵਿਛੜੀ ਆਹੋ, ਦੁਆਰਾ ਉਹ ਵਿਛੜਦੀਆਂ ਨਹੀਂ ਹਨ। ਭਾਵ ਉਹ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੀਆਂ, ਫਿਰ ਉਹ ਮੁਕਤ ਹੋ ਜਾਂਦੇ ਹਨ। ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲਾ ਹੋ ਜਾਂਦਾ ਹੈ, ਕਿਉਂਕਿ ਉਹ ਸਾਸ ਗਰਾਸ ਦੁਆਰਾ ਉਸ ਮਾਲਕ ਦੇ ਗੁਣਾਂ ਦਾ ਗੈਣ ਕਰਦੇ ਹਨ। ਪਰ ਗੁਰੂ ਸਵਾਰਿਓ, ਇਹੋ ਜਿਹੇ ਗੁਣ ਗਾਉਣ ਵਾਲੇ ਜਿਹੜੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਦੇ ਤੇ ਮਾਲਕ ਵਿੱਚ ਭੇਦ ਹੋਣ ਵਾਲੇ ਬੜੇ ਥੋੜ੍ਹੇ ਨੇ। ਭਜਨ ਬੰਦਗੀ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਿਹੜੇ ਅਭੇਦ ਹੋਏ ਨੇ, ਲੀਨ ਹੋਏ ਨੇ, ਉਹਨਾਂ ਦੀ ਗਿਣਤੀ ਬੜੀ ਥੋੜ੍ਹੀ ਹੈ। ਪੁਰਾਤਨ ਮਹਾਂਪੁਰਖਾਂ ਦੀ ਆਪਾਂ ਗੱਲ ਕਰੀਏ, ਜੇ ਮਹਾਂਪੁਰਖਾਂ ਦੀ ਗਿਣਤੀ ਕਰਨੀ ਹੋਵੇ ਨਾ, ਉਂਗਲਾਂ ਉੱਤੇ ਹੋ ਸਕਦੀ ਹੈ ਕਿ ਇੰਨੇ ਕੁ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ। ਜੇ ਦੁਨੀਆ ਦੇ ਜੋ ਬੰਦਗੀ ਕਰਨ ਵਾਲੇ ਵੈਸੇ ਜਿਹੜੇ ਆਪਾਂ ਜਿੰਨੇ ਵੀ ਨਾਮ ਸਿਮਰਨ ਅਭਿਆਸ ਕਰਦੇ ਨੇ, ਗਿਣਤੀ ਕਰੀਏ, ਗਿਣਤੀ ਨਹੀਂ ਹੋਵੇਗੀ। ਪਰ ਜਿਨ੍ਹਾਂ ਦੀ ਬਾਂਹ ਸਤਿਗੁਰੂ ਨੇ ਪਕੜ ਲਈ, ਉਹਨਾਂ ਦੀ ਗਿਣਤੀ ਗੁਰੂ ਸਵਾਰਿਓ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਜਿਨ੍ਹਾਂ ਦੀ ਬਾਂਹ ਸਤਿਗੁਰੂ ਨੇ ਪਕੜ ਲਈ, ਫਿਰ ਉਹ ਦੁਬਾਰਾ ਨਹੀਂ ਬਹੁੜ ਨਾ ਵਿਛੜ, ਉਹ ਜੀਵ ਇਸਤਰੀ ਵਿਛੜਦੀ ਨਹੀਂ ਹੈ। ਉਹ ਪਾਰ ਬ੍ਰਹਮ ਦੇ ਗੁਣ ਗਾ ਕੇ ਪਾਰ ਬ੍ਰਹਮ ਵਿੱਚ ਹੀ ਅਭੇਦ ਹੋ ਜਾਂਦੇ ਨੇ, ਲੀਨ ਹੋ ਜਾਂਦੇ ਹਨ। ਬਾਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਹੋ ਜਿਹੇ ਮਾਲਕ ਤੋਂ ਜਿਹੜਾ ਸਾਡੀ ਬਾਂਹ ਪਕੜਦਾ ਹੈ, ਸਾਨੂੰ ਵਿਸ਼ੇ ਵਿਕਾਰਾਂ 'ਚੋਂ ਬਾਹਰ ਕੱਢਣ ਵਾਲਾ ਹੈ, ਜਿਹੜਾ ਐਡਾ ਵੱਡਾ ਮਾਲਕ ਹੈ, ਐਸੇ ਮਾਲਕ ਤੋਂ ਮੈਂ ਬਾਰ ਜਾਓ। ਇੱਕ ਵਾਰ ਨਹੀਂ, ਲੱਖਾਂ ਵਾਰੀ। ਇੱਕ ਵਾਰ ਲੱਖਾਂ ਵਾਰੀ ਮੈਂ ਜਨਮ ਧਾਰਨ ਕਰ, ਲੱਖਾਂ ਵਾਰੀ ਮੈਂ ਉਸ ਮਾਲਕ ਤੋਂ ਕੁਰਬਾਨ ਜਾਣਾ ਕਰਾਂ। ਹੋ ਕੁਰਬਾਨੈ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹੋਂ ਸਦ ਕੁਰਬਾਨੈ ਜਾਓ। ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਤੇਰੇ ਨਾਮ ਜਪਦੇ ਨੇ ਮਾਲਕ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ, ਸਦਕੇ ਸਦੀਵੀ ਕਾਲ ਲਈ ਜਾਂਦਾ ਕੁਰਬਾਨ। ਕਿੰਨੀ ਸਤਿਗੁਰ ਦੇ ਮਨ 'ਚ ਨਿਮਰਤਾ। ਤੇ ਇੱਥੇ ਸਤਿਗੁਰੂ ਕਹਿੰਦੇ ਪਰਮਾਤਮਾ ਤੇਰੇ ਉਹ ਤੋਂ ਮੈਂ ਸਦਕੇ ਲੱਖਾਂ ਵਾਰੀ ਸਦਕੇ ਜਾਂਦਾ, ਲੱਖਾਂ ਵਾਰੀ ਜਨਮ ਧਾਰਨ ਕਰਾਂ, ਤੇ ਲੱਖਾਂ ਵਾਰੀ ਮੈਂ ਤੇਰੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਦੇ ਹਾਂ। ਬਸ ਹੁਣ ਕੁਰਬਾਨ ਕਰਨ ਤੋਂ ਭਾਵ ਕੀ ਹੈ? ਕੁਰਬਾਨ ਕਰਨ ਤੋਂ ਭਾਵ ਇਹ ਨਹੀਂ ਕਿ ਜਦੋਂ ਜੰਗ ਯੁੱਧ ਹੋਇਆ ਤੇ ਉਦੋਂ ਹੀ ਸ਼ਹਾਦਤਾਂ ਦੇਣੀਆਂ ਨੇ। ਆਪਣਾ ਆਪ ਸਭ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਤਨ ਮਨ ਧਨ। ਜਦੋਂ ਆਪਣਾ ਆਪ ਅਰਪਣ ਕਰਨਗੇ ਤੇ ਉਦੋਂ ਗੁਰੂ ਸਵਾਰੇ, ਫਿਰ ਗੁਰੂ ਦੀਆਂ ਆਪਣੇ ਆਪ ਨੂੰ ਮਨ, ਉਦੋਂ ਗੁਰੂ ਪਾਤਸ਼ਾਹ ਪਾਸੋਂ ਖੁਸ਼ੀਆਂ ਨਸੀਬ ਹੋ ਜਾਣੀਆਂ ਨੇ। ਦੇਖੋ ਜਿੰਨੇ ਹੁਣ ਉੱਥੇ ਧਰਨੇ ਉੱਤੇ ਕਿਸਾਨ ਵੀਰ ਬੈਠੇ ਹੋਏ ਦਿੱਲੀ ਦੀ ਧਰਤੀ 'ਤੇ ਹੱਕ ਲੈਣ ਦੇ ਲਈ, ਉਹਨਾਂ ਨੇ ਆਪਣੇ ਬੱਚੇ ਛੱਡੇ ਹੋਏ ਨੇ, ਪਰਿਵਾਰ ਛੱਡਿਆ ਹੈ, ਪਸ਼ੂ ਡੰਗਰ ਜਿਹੜੇ ਨੇ ਉਹ ਸਾਰੇ ਛੱਡੇ ਨੇ, ਕੰਮ ਕਾਰ ਸਾਰਾ ਬੰਦ। ਉਹਨਾਂ ਦੀ ਇਸਤਰੀਆਂ ਘਰ ਦਾ ਕੰਮ ਕਰ ਰਹੇ ਨੇ ਤੇ ਗੁਰੂ ਸਵਾਰਿਓ, ਪਰ ਦੇਖੋ ਬੈਠੇ ਹੋਏ ਨੇ ਕਿ ਆਪਣੇ ਹੱਕ ਲੈ ਕੇ ਜਾਣਾ ਹੀ, ਜੋ ਮਰਜ਼ੀ ਹੋ ਜਾਵੇ। ਵਰਖਾ ਪਈ ਹੈ, ਵਰਖਾ ਆਪਣੇ ਉੱਤੇ ਹੰਢਾਣਾ ਕੀਤੀ, ਅੱਤ ਦੀ ਸਰਦੀ ਹੈ। ਹੁਣ ਦੇਖੋ ਪੋਹ ਦੀ ਦਿਨ, ਪਹਿਲੀ ਦਿਨ ਦੀ ਸ਼ੁਰੂਆਤ ਹੋ ਗਈ ਹੈ। ਆਪਾਂ ਤਾਂ ਆਪਣੇ ਘਰਾਂ ਵਿੱਚ ਬੈਠੇ ਹੋਏ ਹਾਂ, ਗਰਮ ਕੰਬਲ ਨੇ, ਰਜਾਈਆਂ ਨੇ, ਸਭ ਕੁਝ ਸਾਨੂੰ ਸਹੂਲਤ ਹੈ।
तो उत्थे गुरु सर चारों पास, बेशक उत्थे सारा खाण पीण का प्रबंध पूरा है। गुरसिखा ने काजू बदामां दे लंगर भी ला दिते गुरु सवारे, पर हवा नूं कौन रोक सकदा? जिहड़ी ठंडी शीत हवा चलती है, चारों पासों आनी है, चारों पासों हवा आनी, तो अंदर सर जिथे ये नहीं उत्थे के नौजवान ही बैठे ने, बजुर्ग लोग भी बैठे हुए ने। बजुर्ग नूं जिहड़ी सर्दी है, बजुर्ग नूं गर्मी वध लगदी है तो सर्दी वध लगदी है। कई बेचारे चढ़ाई भी कर गए ने, ठंड जिहड़ी सहार नहीं सके, उन्हां नूं अपने शरीर नूं छड्डना पिया, उन्हां दी मौत होई है, वो शहीदां विच आ गए ने। ये है गुरु सवारे कि हक लैण दे लई अपना आप कुर्बान कर देना, क्योंकि हक है खेती साडी। जे अज खेती है, खेती तो बिना साडे घर च रोटी नहीं हो सकती है। मता ये सोचना कि आपां किता होर करदे आ, कि ये किसानां दा काम है, साडा काम नहीं। चाहे कोई मिस्त्री है, चाहे कोई होर किता कर रहा है, जे खेत विच अन्न उगेगा, फसल होवेगी, फिर साडे घर च रोटी पकेगी। ये गल याद रखियो बस। जे अन्न अनाज पैदा होवेगा, फिर रोटी मिलनी है। किते किसान की बड़ी मेहनत है, तो आपां रजाइयां भी सुत्ते हुंदे ते किसान जिहड़ा गुरु सवारिओ वो फसल नूं पानी ला रहा हुंदा, फसल की राखी की रात लई बैठा हुंदा है। बड़ी मेहनत मशक्कत करनी, मेहनत वाला काम है सारा ये, तो आपां नूं साथ देना चाहिए है। साथ आपां किवें देना है? हो सके तो समा कढ़ के दिल्ली की धरती ते पहुँचो, नहीं अपने घरां दे विच बैठ के उन्हां लई आपां बाणी पढ़ के अरदासां बेनतियां करिए। अरदासां बेनती च आखना कि सच्चे पातशाह जी, एक किसान वीर अपना हक लैण दे लई दिल्ली की धरती ते पहुँचे ने, आप जी ने बख्शिश करनी, उन्हां दी अंग संग होके सहायता करनी, उन्हां नूं बनदा हक दिवाणा। तो जो आप सारे इकट्ठे होकर अरदास बेनती करांगे अपने अपने घरां दे विच, किसी एक अद्धे की अरदास तो अकाल पुरख वाहिगुरू जरूर सुनेगा, फिर वो जिहड़ा कारज है वो कारज रास होवेगा। तो ये है गुरु सवारे अपने हक लैण लई अपने आप नूं कुर्बान कर देना। इत्थे सतगुरु कहंदे बार जाओ लख बेरिया, हे परमात्मा एक बार नहीं मैं लखां वारी तेरे तो कुर्बान हाँ जांदा हाँ। आप जी साडे सज्जण हो, मन की गमता तो परे हो, अपहुँच हो, अगाह बड़े डूंघे हो, ते आप जी की डूंघाई का कोई हद बन्ना नहीं है। सरम पई नारायण नानक दर पईया हो। शर्म पई नारायण, शर्म शरण। हे नारायण, नरां दा आयन मालक वाहिगुरू परमेश्वर नारायण जी, शर्म पई मैं तुहाडी शरण विच आके पई हाँ, मैं तुहाडी शरण तकी है। नानक दर पई आहो, हे मालक प्रभु जी मैं भी इंजन नानक तेरे दर उत्ते पिया होया। भाव नानक ने तेरे दर दा सहारा तकिया, ओट तकिया है, ते नानक उत्ते आप जी ये बख्शिश करना करो। ते गुरु सवारिओ जिन्हां ने उस मालक की शरण तक ली, उन्हां दी फिर बांह सतगुरु जी पकड़ते हैं। ये गुरबाणी विच बहुत सारे प्रमाण सानूं मिलते हैं। जो सतगुर के चरणों च आप आके बेनती कर दी, नानक ढै पिया तेरा द्वारै, रख ले हो कृपा धार, ते सतगुरु ने अपने आप ही रख लेना है। इस करके सतगुरु कहते ने नानक हे मालक तेरे दर ते पिया होया। भाव नानक तेरे दर, नानक ने तेरे दर दा ओट आसरा तकना कीता है, बाकी सारे आसरे नानक ने छड़ दिते ने, केवल ते केवल तेरे दर दा सहारा तकिया है। ते आप जी कृपा करके बख्शिश करना करो। पोख सोहंदा सर्ब सुख, जिस बख्शे वे परवाहो। पोख सुहंदा सर्ब सुख,
ਮਨੁੱਖਾ ਜਨਮ ਰੂਪੀ ਪੋਹ ਦੇ ਮਹੀਨੇ ਵਿੱਚ ਉਸ ਜੀਵ ਇਸਤਰੀ ਲਈ ਸਰਬ ਸੁੱਖ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਉਹਨੂੰ ਉਹ ਪੋਹ ਦਾ ਮਹੀਨਾ ਸੁਹੰਦਾ ਸੋਹਣਾ ਲੱਗਦਾ ਹੈ, ਜਿਸ ਮਹੀਨੇ ਵਿੱਚ ਮਨੁੱਖਾ ਜਨਮ ਮਹੀਨੇ ਵਿੱਚ ਜਦੋਂ ਕਹਿੰਦੇ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਬੇਪਰਵਾਹ ਪਰਮੇਸ਼ਰ ਬਖਸ਼ਿਸ਼ ਕਰ ਦਵੇ, ਜਦੋਂ ਉਸ ਮਾਲਕ ਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ, ਉਹਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀਵਨ ਦੇ ਸਾਰੇ ਸੁੱਖ ਫਿਰ ਨਸੀਬ ਹੋ ਸਕਦੇ ਹਨ। ਕਿਉਂਕਿ ਜਦੋਂ ਤੱਕ ਉਹਦੀ ਕਿਰਪਾ ਨਹੀਂ ਹੈ ਉਦੋਂ ਤੱਕ ਸਾਨੂੰ ਕੁਝ ਵੀ ਨਸੀਬ ਨਹੀਂ ਹੋਣਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਸੁੱਖ ਲੈਣੇ ਨੇ, ਸੁੱਖ ਲੈਣ ਦੇ ਲਈ ਤੈਨੂੰ ਪਰਮੇਸ਼ਰ ਦੇ ਗੁਣ ਗਾਇਨ ਕਰਨੇ ਪੈਣਗੇ। ਹੁਣ ਇਹ ਨਹੀਂ ਕਿ ਪਰਮਾਤਮਾ ਦੇ ਗੁਣ ਗਾ ਕੇ ਸਾਡੇ ਉੱਤੇ ਦੁੱਖ ਨਹੀਂ ਆਉਣੇ। ਦੁੱਖ ਤਾਂ ਗੁਰੂ ਸਾਹਿਬ ਜੀਵਨ ਦੇ ਇੱਕ ਅੰਗ ਨੇ। ਖੁਸ਼ੀ ਹੈ, ਖੁਸ਼ੀ ਗਮੀ ਵਿੱਚ ਨਸੀਬ ਤਬਦੀਲ ਹੋ ਜਾਂਦੀ ਹੈ। ਜੇ ਗਮੀ ਹੈ ਤੇ ਗਮੀ ਤੋਂ ਬਾਅਦ ਖੁਸ਼ੀ ਆਉਂਦੀ ਹੈ। ਤੇ ਸਤਿਗੁਰ ਦੇ ਗੁਣ ਗਾ ਕੇ ਤੇ ਕੇਵਲ ਗੁਰੂ ਸਵਾਰੇ ਇਹ ਹੁੰਦਾ ਹੈ ਕਿ ਜਦੋਂ ਗੁਣ ਗਾਈਏ ਤੇ ਪ੍ਰਮਾਤਮਾ ਸਾਨੂੰ ਦੁੱਖਾਂ ਨੂੰ ਝੱਲਣ ਦੀ ਤਾਕਤ ਬਖਸ਼ਿਸ਼ ਕਰ ਦਿੰਦਾ ਹੈ। ਦੁੱਖਾਂ ਨੂੰ ਝੱਲਣ ਦੀ ਤਾਕਤ। ਭਾਈ ਜਿਵੇਂ ਭਿਖਾਰੀ ਦਾ ਪੁੱਤਰ ਚੜ੍ਹਾਈ ਕਰਦਾ ਏ, ਪਹਿਲਾਂ ਇੱਕ ਦਿਨ ਪਹਿਲਾਂ ਪੁੱਤਰ ਨੂੰ ਵਿਆਹ ਕੇ ਲਿਆਉਂਦੇ ਨੇ ਤੇ ਦੂਜੇ ਦਿਨ ਰਾਤ ਨੂੰ, ਉਸੇ ਰਾਤ ਨੂੰ ਪੁੱਤਰ ਚੜ੍ਹਾਈ ਕਰ ਜਾਂਦਾ ਤੇ ਭਾਈ ਭਿਖਾਰੀ ਦੇ ਬਿਲਕੁਲ ਇੱਕ ਸਾਂ ਬਿਰਤੀ ਚੜ੍ਹਦੀ ਕਲਾ ਦੇ ਵਿੱਚ। ਵਿਆਹ ਹੋਇਆ, ਕੋਈ ਬਹੁਤੀ ਖੁਸ਼ੀ ਨਹੀਂ, ਪੁੱਤਰ ਚਲਿਆ ਗਿਆ ਤੇ ਕੋਈ ਦੁੱਖ ਨਹੀਂ। ਇੱਕ ਸਮ ਬਿਰਤੀ ਰੱਖੀ ਹੈ ਕਿ ਪਰਮਾਤਮਾ ਦੀ ਰਜ਼ਾ, ਉਹਦਾ ਭਾਣਾ ਹੈ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬਸ। ਇਹ ਸਾਨੂੰ ਗੁਰੂ ਸਵਾਰੇ ਜਦੋਂ ਨਾਮ ਜਪਦੇ ਜਿਹੜੇ ਬੰਦਗੀ ਕਰਦੇ ਨੇ ਨਾ, ਉਹਨਾਂ ਨੂੰ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਉਹ ਪਰਮਾਤਮਾ ਦੇ ਰੰਗ ਵਿੱਚ ਅਭੇਦ ਰਹਿੰਦੇ ਨੇ, ਬਸ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਇਸ ਤਰ੍ਹਾਂ ਫਿਰ ਉਹ ਮਾਲਕ ਦੇ ਗੁਣ ਗਾ ਕੇ ਪ੍ਰਭੂ ਪਰਮਾਤਮਾ ਵਿੱਚ ਹੀ ਭੇਦ ਹੁੰਦੇ, ਉਹਨੂੰ ਸਾਰੇ ਜ਼ਿੰਦਗੀ ਦੇ ਸੁੱਖ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਉੱਤੇ ਕਹਿੰਦੇ ਉਹ ਮਾਲਕ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ ਗਲਤ